ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਗੁਰਬਾਣੀ ਸੰਥਿਆ ਦੇ ਬਾਬਤ ਗੁਰਬਾਣੀ ਸੰਥਿਆ ਲੈਣ ਤੋਂ ਪਹਿਲਾਂ ਸਭ ਤੋਂ ਲੋੜੀਂਦਾ ਹੈ ਮੁਹਾਰਨੀ, ਅਤੇ ਮੁਹਾਰਨੀ ਸਿੱਖਣ ਤੋਂ ਪਹਿਲਾਂ ਜੋ ਜ਼ਰੂਰੀ ਜਾਣਕਾਰੀ ਹੈ ਉਹ ਹੈ ਮਾਤਰਾਵਾਂ ਦੀ ਜਾਣਕਾਰੀ ਹੋਣੀ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਮਾਤਰਾਵਾਂ ਦੀ ਜਾਣਕਾਰੀ ਸਾਂਝੀ ਕਰਨੀ ਹੈ। ਮਾਤਰਾਵਾਂ ਕਿੰਨੇ ਪ੍ਰਕਾਰ ਦੀਆਂ ਹਨ ਅਤੇ ਇਹਨਾਂ ਦੀ ਆਵਾਜ਼ ਕਿਹੜੀ ਕਿਹੜੀ ਹੈ। ਜਦੋਂ ਵੀ ਕਿਸੇ ਵਿਦਿਆਰਥੀ ਨੂੰ ਸੰਥਿਆ ਆਰੰਭ ਕਰਾਈ ਜਾਂਦੀ ਹੈ ਤਾਂ ਊੜੇ ਐੜੇ ਦਾ 35 ਅੱਖਰਾਂ ਦਾ ਬੋਧ ਕਰਵਾਇਆ ਜਾਂਦਾ ਹੈ। ਸੋ ਉਹਦੇ ਬਾਬਤ ਆਪ ਜੀ ਨੇ ਪਹਿਲੀ ਇੱਕ ਵੀਡੀਓ ਸਰਵਣ ਕੀਤੀ ਹੈ। ਉਸ ਤੋਂ ਬਾਅਦ ਫਿਰ ਲਗਾ ਮਾਤਰਾਵਾਂ ਬਾਰੇ ਦੱਸਿਆ ਜਾਂਦਾ ਹੈ। ਸੋ ਦਮਦਮੀ ਟਕਸਾਲ ਵੱਲੋਂ ਛਪਿਆ ਹੋਇਆ ਬਾਲ ਉਪਦੇਸ਼, ਉਹਦੇ ਸਟਾਰਟਿੰਗ ਦੇ ਵਿੱਚ ਹੀ ਸ਼ੁਰੂਆਤ ਦੇ ਵਿੱਚ ਲਗਾ ਮਾਤਰਾਵਾਂ ਦੇ ਬਾਰੇ ਥੋੜ੍ਹਾ ਲਿਖਿਆ ਮਿਲਦਾ ਹੈ। ਸੋ ਪਹਿਲਾ ਲਿਖਿਆ ਹੁੰਦਾ ਹੈ ਮੁਕਤਾ। ਵੈਸੇ ਤਾਂ ਇਹ ਕੋਈ ਲਗਾ ਮਾਤਰ ਨਹੀਂ ਹੈ, ਇਹ ਕਿਸੇ ਵੀ ਅੱਖਰ ਦਾ ਜਣਾਇਕ ਹੈ, ਲੇਕਿਨ ਜੋ ਲਗਾ ਮਾਤਰਾਵਾਂ ਹਨ ਕਈ ਵਿਦਵਾਨ 10 ਮੰਨਦੇ ਹਨ ਅਤੇ ਕਈ 13 ਗਿਣਤੀ ਕਰਦੇ ਹਨ। ਸੋ ਮੁੱਖ ਰੂਪ ਦੇ ਵਿੱਚ ਅਸੀਂ 10 ਦੀ ਵਿਚਾਰ ਕਰਾਂਗੇ। ਬਾਕੀ ਦੇ ਜੋ ਲਗਾ ਅੱਖਰ ਹਨ ਸੋ ਉਹਨਾਂ ਦੇ ਬਾਰੇ ਵੀ ਸਾਂਝ ਪਾਵਾਂਗੇ। ਸੋ ਇੱਕ ਜ਼ਰੂਰੀ ਬੇਨਤੀ ਪਹਿਲਾਂ ਇਹ ਹੈ ਕਿ ਲਗਾ ਮਾਤਰਾਵਾਂ 2 ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਹੈ ਦੀਰਘ ਅਤੇ ਦੂਸਰੀ ਹੈ ਲਘੂ। ਦੀਰਘ ਮਾਤਰਾਵਾਂ ਕਿਹੜੀਆਂ ਹਨ ਅਤੇ ਲਘੂ ਕਿਹੜੀਆਂ ਹਨ? ਦੀਰਘ ਮਾਤਰਾ ਦਾ ਅਰਥ ਹੈ ਵੱਡੀ ਅਤੇ ਲਘੂ ਦਾ ਅਰਥ ਹੈ ਛੋਟੀ। ਕਹਿਣ ਦਾ ਭਾਵ ਜਿਸ ਮਾਤਰਾ ਦੀ ਆਵਾਜ਼ ਜ਼ਿਆਦਾ ਆਵੇ, ਜ਼ਿਆਦਾ ਸਮੇਂ ਤੱਕ ਬੋਲੀ ਜਾਵੇ, ਉਹ ਦੀਰਘ ਮਾਤਰਾ ਅਖਵਾਉਂਦੀ ਹੈ। ਜਿਹਦੀ ਆਵਾਜ਼ ਥੋੜ੍ਹੀ ਹੋਵੇ, ਅੱਧੇ ਸੈਕਿੰਡ ਤੋਂ ਪਹਿਲਾਂ ਬੋਲੀ ਜਾਣ ਵਾਲੀ, ਉਹ ਲਘੂ ਕਹਾਉਂਦੀ ਹੈ। ਸੋ ਦੀਰਘ ਕਿਹੜੀਆਂ ਹਨ? ਦੀਰਘ ਮਾਤਰਾਵਾਂ ਹਨ ਜਿਵੇਂ ਕੰਨਾ, ਇਹਦੀ ਆਵਾਜ਼ ਲੰਮੀ ਬੋਲੀ ਜਾਂਦੀ ਹੈ। ਆ, ਇਸੇ ਤਰ੍ਹਾਂ ਬਿਹਾਰੀ, ਈ, ਦਲੈਂਕੜਾਂ ਵੀ ਦੀਰਘ ਮਾਤਰਾਵਾਂ ਹਨ। ਲਾਂ, ਦੁਲਾਵਾਂ, ਹੋੜਾ, ਕਨੌੜਾ। ਸੋ ਇਹ ਦੀਰਘ ਮਾਤਰਾਵਾਂ ਹਨ। ਜਦੋਂ ਵੀ ਕਿਸੇ ਅੱਖਰ ਦੇ ਨਾਲ ਲੱਗ ਜਾਣ ਉਹਦੀ ਆਵਾਜ਼ ਲੰਮੀ ਹੋ ਜਾਂਦੀ ਹੈ। ਸੋ ਪਹਿਲਾ ਹੈ ਮੁਕਤਾ। ਮੁਕਤਾ ਕੀ ਹੁੰਦਾ ਹੈ? ਮੁਕਤਾ ਉਸ ਅੱਖਰ ਨੂੰ ਆਖਦੇ ਹਨ ਜਿਸ ਅੱਖਰ ਦੇ ਨਾਲ ਕੋਈ ਵੀ ਲਗਾ ਮਾਤਰ ਨਾ ਲੱਗੇ। ਕਹਿਣ ਦਾ ਭਾਵ ਜੋ ਮੁਕਤ ਹੈ, ਆਜ਼ਾਦ ਹੈ। ਜਿਵੇਂ ਊੜਾ, ਐੜਾ, ਈੜੀ, ਸੱਸਾ, ਹਾ। ਸੋ ਇਹ ਜੋ ਅੱਖਰ ਹਨ ਇਹਨਾਂ ਦੇ ਨਾਲ ਨਾ ਤਾਂ ਕੰਨਾ ਲੱਗਾ ਹੈ, ਨਾ ਔਂਕੜ ਹੈ, ਨਾ ਦੁਲੈਂਕੜ ਹੈ, ਨਾ ਹੀ ਲਾਂ ਹੈ ਅਤੇ ਨਾ ਹੀ ਦੁਲਾਵਾਂ ਹਨ। ਸੋ ਕੁਝ ਵੀ ਇਹਨਾਂ ਦੇ ਨਾਲ ਨਹੀਂ ਲੱਗੀ ਲਗਾ ਮਾਤਰ, ਇਸ ਕਰਕੇ ਇਹ ਮੁਕਤੇ ਹਨ। ਸੋ ਮੁਕਤੇ ਦੀ ਆਵਾਜ਼ ਬਿਲਕੁਲ ਥੋੜ੍ਹੀ ਹੁੰਦੀ ਹੈ, ਜਿਵੇਂ ਅੱਧੇ ਸੈਕਿੰਡ ਤੋਂ ਪਹਿਲਾਂ ਬੋਲਿਆ ਜਾਂਦਾ ਹੈ। ਗੁਰਬਾਣੀ ਦੇ ਵਿੱਚ ਮੁਕਤਾ ਅੱਖਰ ਬਹੁਤ ਵਾਰੀ ਆਉਂਦਾ ਹੈ। ਸੋ ਜਿਵੇਂ ਪੰਕਤੀ ਹੈ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋ ਇਹਦੇ ਵਿੱਚ ਨੰਨਾ ਹੈ, ਨੰਨਾ ਮੁਕਤਾ ਹੈ। ਇਹਨੂੰ ਨਾ ਤਾਂ ਕੰਨਾ ਲੱਗਾ ਹੈ, ਨਾ ਟਿੱਪੀ ਹੈ, ਨਾ ਸਿਹਾਰੀ ਹੈ, ਨਾ ਬਿਹਾਰੀ ਹੈ। ਇਹ ਇਕੱਲਾ ਨੰਨਾ ਹੈ। ਇਹ ਨੰਨਾ ਕਹਾਉਂਦਾ ਹੈ ਮੁਕਤਾ। ਇਹਨੂੰ ਬੋਲਣ ਦਾ ਢੰਗ ਇਸੇ ਤਰ੍ਹਾਂ ਹੀ ਆਵਾਜ਼ ਨਿਕਲਣੀ ਹੈ ਨਾ। ਕਈ ਇਹਨੂੰ ਨਾ ਬੋਲ ਦਿੰਦੇ ਹਨ, ਕੰਨਾ ਲਾ ਦਿੰਦੇ ਹਨ, ਫਿਰ ਮੁਕਤਾ ਨਹੀਂ ਰਹਿ ਜਾਂਦਾ। ਸੋ ਉਮੀਦ ਹੈ ਕਿ ਮੁਕਤੇ ਅੱਖਰ ਬਾਰੇ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ। ਸੋ ਇਸ ਤੋਂ ਅੱਗੇ ਹੈ ਕੰਨਾ। ਇਹ ਦੀਰਘ ਮਾਤਰਾ ਹੈ, ਲੰਮੀ ਬੋਲੀ ਜਾਣ ਵਾਲੀ ਮਾਤਰਾ ਹੈ, ਜਿਹਦੀ ਆਵਾਜ਼ ਲੰਮੀ ਨਿਕਲਦੀ ਹੈ। ਜਿਵੇਂ ਐੜੇ ਕੰਨਾ ਆ, ਸੱਸੇ ਕੰਨਾ ਸਾ, ਹਾਹੇ ਕੰਨਾ ਹਾ। ਇਹ ਕਿਸੇ ਵੀ ਅੱਖਰ ਨੂੰ ਲੱਗੇਗੀ ਆਵਾਜ਼ ਲੰਮੀ ਹੋ ਜਾਂਦੀ ਹੈ। ਸਿਰਫ ਅਤੇ ਊੜੇ ਅਤੇ ਈੜੀ ਨੂੰ ਛੱਡ ਕੇ
ਇਹਨਾਂ ਦੋਵਾਂ ਅੱਖਰਾਂ ਨੂੰ ਕੰਨਾ ਨਹੀਂ ਲੱਗਦਾ। ਬਾਕੀ ਦੇ ਅੱਖਰਾਂ ਨੂੰ ਕੰਨਾ ਲਗਾ ਕੇ ਮਾਤਰਾ ਲੰਮੀ ਆਵਾਜ਼ ਹੋ ਜਾਂਦੀ ਹੈ। ਜਿਵੇਂ ਗੁਰਬਾਣੀ ਦੇ ਵਿੱਚ ਹੈ ਨੰਨੇ ਕੰਨਾ ਨਾ। ਸ੍ਰੀ ਜਪਜੀ ਸਾਹਿਬ ਦਾ ਪਾਠ ਆਪ ਜੀ ਪੜ੍ਹਦੇ ਹੋ, ਪੰਗਤੀ ਆਉਂਦੀ ਹੈ ਨਾ ਓਹ ਮਰਹਿ ਨਾ ਠਾਗੇ ਜਾਹੇ। ਹੁਣ ਇਹਦੇ ਵਿੱਚ ਦੋਵੇਂ ਮਾਤਰਾਵਾਂ ਆ ਗਈਆਂ ਹਨ ਜਿਹੜੀਆਂ ਅਸੀਂ ਵਿਚਾਰ ਰਹੇ ਹਾਂ। ਨੰਨੇ ਕੰਨਾ ਨਾ, ਇਹਦੀ ਆਵਾਜ਼ ਇਸ ਤਰ੍ਹਾਂ ਹੈ। ਦੂਸਰਾ ਹੈ ਨੰਨਾ ਮੁਕਤਾ ਨਾ। ਸੋ ਇਹ ਧਿਆਨ ਰੱਖਣਾ ਹੈ। ਸੋ ਇਹੀ ਧਿਆਨ ਰੱਖਣ ਵਾਲੀ ਗੱਲ ਹੈ। ਜਿਹਨੂੰ ਇਹਨਾਂ ਲਗਾ ਮਾਤਰਾਵਾਂ ਦੀ ਸਮਝ ਆ ਜਾਂਦੀ ਹੈ, ਮੁਹਾਰਨੀ ਸੁੱਧ ਬੋਲਣੀ ਸਿੱਖ ਜਾਵੇ, ਉਹਦਾ ਤਕਰੀਬਨ 80% ਗੁਰਬਾਣੀ ਦੀ ਸੰਥਿਆ ਹੋ ਜਾਂਦੀ ਹੈ। ਜਿਵੇਂ ਇੱਕ ਹੋਰ ਪੰਕਤੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਣ ਇਹਦੇ ਵਿੱਚ ਆਕਾਰ ਪਾਠ ਹੈ, ਐੜੇ ਨੂੰ ਕੰਨਾ ਹੈ। ਆਮ ਹੀ ਤਕਰੀਬਨ ਪੜ੍ਹਿਆ ਜਾਂਦਾ ਹੈ ਆਕਾਰ। ਐੜੇ ਦੇ ਕੰਨੇ ਨੂੰ ਛੱਡ ਦਿੱਤਾ ਜਾਂਦਾ ਹੈ, ਜੋ ਕਿ ਦੀਰਘ ਮਾਤਰਾ ਹੈ ਐੜੇ ਨੂੰ ਲੱਗੀ ਹੋਈ ਕੰਨੇ ਵਾਲੀ। ਇਸੇ ਤਰ੍ਹਾਂ ਹੀ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਇਹਦੇ ਵਿੱਚ ਇੱਕ ਕੰਨੇ ਵਾਲਾ ਮਾਤਰਾ ਹੀ ਲੱਗੀ ਹੈ। ਇਹ ਸਾਰੀ ਪੰਕਤੀ ਦੇ ਵਿੱਚ ਹੀ ਕੰਨੇ ਵਾਲੀ ਮਾਤਰਾ ਹੈ। ਪਾਤਾਲਾ ਪਾਤਾਲ ਲੱਖ, ਆਮ ਹੀ ਪਤਾਲਾ ਪਤਾਲ ਕਹਿ ਦਿੰਦੇ ਹਨ। ਸੋ ਇਸ ਤਰ੍ਹਾਂ ਇਹ ਧਿਆਨ ਰੱਖਣਾ ਹੈ। ਇਹ ਦੀਰਘ ਮਾਤਰਾ ਹੈ ਪਾ ਤਾ ਨਾ। ਸੋ ਇਹ ਢੰਗ ਹੈ। ਸੋ ਅੱਗੇ ਹੈ ਸਿਹਾਰੀ। ਸਿਹਾਰੀ ਲਘੂ ਮਾਤਰਾ ਹੈ। ਜਿਵੇਂ ਇਹਦੀ ਆਵਾਜ਼ ਥੋੜ੍ਹੀ ਨਿਕਲਦੀ ਹੈ, ਈੜੀ ਨੂੰ ਲੱਗੇਗੀ ਈੜੀ ਸਿਹਾਰੀ ਏ, ਸੱਸੇ ਸਿਹਾਰੀ ਸੇ, ਹਾਹੇ ਸਿਹਾਰੀ ਹੇ। ਪਹਿਲਾਂ ਤਾਂ ਇਹਨੂੰ ਬੋਲਣਾ ਹੈ ਸਿਹਾਰੀ। ਕਈ ਸਿਹਾਰੀ ਕਹਿ ਦਿੰਦੇ ਹਨ ਐੜੇ ਦੇ ਨਾਲ, ਲੇਕਿਨ ਜੋ ਸ਼ੁੱਧ ਉਚਾਰਨ ਹੈ ਹਾਹੇ ਦੇ ਨਾਲ ਹੈ ਸਿਹਾਰੀ। ਇਸੇ ਤਰ੍ਹਾਂ ਬਿਹਾਰੀ। ਸਿਹਾਰੀ ਊੜੇ ਅਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਦੀ ਹੈ। ਜਿਵੇਂ ਬੋਲਣ ਦਾ ਢੰਗ ਆਪ ਜੀ ਨੇ ਸਰਵਣ ਕੀਤਾ ਹੈ ਕਿ ਇਹਦੀ ਆਵਾਜ਼ ਥੋੜ੍ਹੀ ਹੈ। ਗੁਰਬਾਣੀ ਦੇ ਵਿੱਚ ਪੰਕਤੀ ਆਵੇ ਜੁਗਾ ਜੁਗੰਤਰ ਖਾਹੀ ਖਾਹੇ। ਸੋ ਇਹ ਜਿਹੜੀ ਪਾਠ ਦੀ ਆਵਾਜ਼ ਹੈ ਹਿ ਖਾਹੇ, ਇਹ ਇਹਦੀ ਆਵਾਜ਼ ਹੈ। ਇਹਨੂੰ ਖਾਹੇ ਨਹੀਂ ਕਹਿਣਾ। ਜੇ ਇਹਨੂੰ ਲੰਮੀ ਬੋਲਾਂਗੇ ਤਾਂ ਲਾਂ ਲੱਗ ਜਾਵੇਗੀ। ਇਸ ਤਰ੍ਹਾਂ ਦੀ ਆਵਾਜ਼ ਥੋੜ੍ਹੀ ਹੈ ਹਿ ਖਾਹੇ। ਸੋ ਅੱਗੇ ਹੈ ਬਿਹਾਰੀ। ਇਹਦੀ ਆਵਾਜ਼ ਲੰਬੀ ਹੈ। ਇਹ ਦੀਰਘ ਮਾਤਰਾ ਕਹਾਉਂਦੀ ਹੈ। ਦੀਰਘ ਦਾ ਭਾਵ ਵੱਡੀ, ਜਿਹਦੀ ਆਵਾਜ਼ ਲੰਬੀ ਹੋਵੇ। ਜਿਵੇਂ ਈੜੀ ਬਿਹਾਰੀ ਈ, ਸੱਸੇ ਬਿਹਾਰੀ ਸੀ, ਹਾਹੇ ਬਿਹਾਰੀ ਹੀ। ਊੜੇ ਅਤੇ ਐੜੇ ਨੂੰ ਇਹ ਬਿਹਾਰੀ ਮਾਤਰਾ ਨਹੀਂ ਲੱਗਦੀ। ਜਿਵੇਂ ਭੱਬੇ ਬਿਹਾਰੀ ਭੀ। ਇਹ ਕਈ ਵਾਰੀ ਅਸੀਂ ਪੜ੍ਹਦੇ ਹਾਂ, ਬਾਣੀ ਦੇ ਵਿੱਚ ਪੰਕਤੀਆਂ ਹਨ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਭੀ ਕਿਉਂਕਿ ਲੰਬੀ ਆਵਾਜ਼ ਜਾਂਦੀ ਹੈ ਈ, ਜਿੰਨੀ ਮਰਜ਼ੀ ਲੰਬੀ ਬੋਲੀ ਜਾਓ। ਸੋ ਇਹ ਲੰਬੀ ਬੋਲਣ ਵਾਲੀ ਇਹ ਦੀਰਘ ਮਾਤਰਾ ਹੈ। ਸੋ ਅੱਗੇ ਹੈ ਔਂਕੜ। ਇਹ ਹੈ ਲਘੂ ਮਾਤਰਾ। ਇਹਦੀ ਆਵਾਜ਼ ਥੋੜ੍ਹੀ ਹੈ। ਊੜੇ ਨੂੰ ਲਗਾਈਏ ਤਾਂ ਆਵਾਜ਼ ਨਿਕਲਦੀ ਹੈ ਉਹ, ਥੋੜ੍ਹੀ ਆਵਾਜ਼ ਨਿਕਲੀ ਹੈ। ਇਸੇ ਤਰ੍ਹਾਂ ਸੱਸੇ ਨੂੰ ਬੋਲੀਏ ਸੋ। ਇਸ ਤਰ੍ਹਾਂ ਇਹ ਆਵਾਜ਼ਾਂ ਹਨ। ਇਹ ਮਾਤਰਾ ਐੜੇ ਅਤੇ ਈੜੀ ਨੂੰ ਨਹੀਂ ਲੱਗਦੀ। ਸੋ ਇਸੇ ਤਰ੍ਹਾਂ ਗੁਰਪ੍ਰਸਾਦ, ਗੱਗੇ ਔਂਕੜ ਗੁ, ਗੁਰਪ੍ਰਸਾਦ। ਸੋ ਇਹਦਾ ਆਵਾਜ਼ ਦਾ ਢੰਗ ਇਸ ਤਰ੍ਹਾਂ ਹੈ। ਸੋ ਅੱਗੇ ਹੈ ਦੁਲੈਂਕੜ। ਇਹ ਦੀਰਘ ਮਾਤਰਾ ਹੈ। ਇਹਦੀ ਆਵਾਜ਼ ਲੰਬੀ ਨਿਕਲਦੀ ਹੈ। ਜਿਵੇਂ ਊੜੇ ਨੂੰ ਲੱਗ ਜਾਵੇ ਊੜੇ ਦੁਲੈਂਕੜ ਊ, ਸੱਸੇ ਦੁਲੈਂਕੜ ਸੂ, ਹਾਹੇ ਦੁਲੈਂਕੜ ਹੂ। ਇੱਕ ਹੋਰ ਬੇਨਤੀ ਹੈ, ਜਦੋਂ ਵੀ ਦੀਰਘ ਮਾਤਰਾ ਦੀ ਆਵਾਜ਼ ਦੇਣੀ ਹੈ ਤਾਂ ਇੱਕ ਰਸ ਹੋ ਕੇ ਟਿਕ ਕੇ ਆਵਾਜ਼ ਕੱਢਣੀ ਹੈ। ਕਦੇ ਵੀ ਹੂ ਇਸ ਤਰ੍ਹਾਂ ਨਹੀਂ ਕਰਨਾ, ਨਾ ਹੀ ਹੇ ਇਸ ਤਰ੍ਹਾਂ ਨਹੀਂ ਕਰਨਾ। ਆਵਾਜ਼ ਹੈ ਊ ਸੂ, ਹਾਹੇ ਦੁਲੈਂਕੜ ਹੂ। ਐੜੇ ਅਤੇ ਈੜੀ ਨੂੰ ਦੁਲੈਂਕੜਾਂ ਨਹੀਂ ਲੱਗਦੀਆਂ। ਜਿਵੇਂ ਗੁਰਬਾਣੀ ਵਿੱਚ ਪੰਕਤੀ ਹੈ
ਦਲੈਂਕੜ ਦੀ ਆਵਾਜ਼ ਨੂੰ ਸਮਝਣ ਵਾਸਤੇ ਅਸੰਖ ਕੂੜਿਆਰ ਕੂੜੇ ਫਿਰਾਹੇ। ਸੋ ਇੱਥੇ ਕੂੜਿਆਰ, ਕਈ ਇਹਨੂੰ ਕੁੜਿਆਰ ਕਹਿ ਦਿੰਦੇ ਹਨ। ਅਸੰਖ ਕੁੜਿਆਰ ਇਸ ਤਰ੍ਹਾਂ ਨਹੀਂ ਹੈ। ਕੱਕੇ ਦੇ ਔਂਕੜ ਲੱਗੀ ਹੋਵੇ ਤਾਂ ਕੁੜਿਆਰ ਹੈ। ਇਹ ਹੈ ਦੀਰਘ ਮਾਤਰਾ। ਕੂ ਲੰਬੀ ਆਵਾਜ਼ ਜਾਣੀ ਹੈ। ਕੂੜਿਆਰ ਕੂੜੇ ਫਿਰਾਹੇ। ਸੋ ਇਹ ਢੰਗ ਹੈ। ਸੋ ਅੱਗੇ ਮਾਤਰਾ ਹੈ ਲਾਂ। ਕਈ ਇਹਨੂੰ ਲਾਵਾਂ ਕਹਿ ਦਿੰਦੇ ਹਨ। ਲਾਵਾਂ ਬਹੁਵਚਨ ਹੈ। ਇਹਦੀ ਆਵਾਜ਼ ਸਿਰਫ ਲਾਂ ਹੈ, ਲਾਂ ਬੋਲਣਾ ਹੈ। ਇਹ ਦੀਰਘ ਮਾਤਰਾ ਹੈ। ਜੇ ਵੀ ਅੱਖਰ ਨੂੰ ਲੱਗਦੀ ਹੈ ਉਹਦੀ ਆਵਾਜ਼ ਲੰਬੀ ਨਿਕਲਦੀ ਹੈ। ਜਿਵੇਂ ਈੜੀ ਲਾਂ ਏ, ਸੱਸੇ ਲਾਂ ਸੇ, ਹਾਹੇ ਲਾਂ ਹੇ। ਕਿਸੇ ਨੂੰ ਵੀ ਲੱਗ ਜਾਵੇ, ਸਿਰਫ ਊੜੇ ਅਤੇ ਐੜੇ ਨੂੰ ਲਾਂ ਨਹੀਂ ਲੱਗਦੀ ਹੈ। ਸੋ ਅੱਗੇ ਹੈ ਦੁਲਾਵਾਂ। ਕਈ ਇਹਨੂੰ ਦਲਾਈਆਂ ਕਹਿ ਦਿੰਦੇ ਹਨ। ਜੋ ਸ਼ੁੱਧ ਇਹਦਾ ਉਚਾਰਨ ਹੈ ਬੋਲਣ ਦਾ ਉਹ ਹੈ ਦੁਲਾਵਾਂ। ਦੱਦੇ ਔਂਕੜ, ਲੱਲੇ ਕੰਨਾ, ਵਾਵੇ ਕੰਨਾ ਉੱਤੇ ਬਿੰਦੀ, ਦੁਲਾਵਾਂ। ਇਹਨੂੰ ਦੁਲਾਵਾਂ ਹੀ ਬੋਲਣਾ ਹੈ। ਇਹ ਵੀ ਦੀਰਘ ਮਾਤਰਾ ਹੈ। ਇਹ ਜਿਹੜੇ ਅੱਖਰ ਨੂੰ ਲੱਗਦੀ ਹੈ ਆਵਾਜ਼ ਲੰਬੀ ਨਿਕਲਦੀ ਹੈ। ਐੜੇ ਦੁਲਾਵਾਂ ਐ, ਸੱਸੇ ਦੁਲਾਵਾਂ ਸੈ, ਹਾਹੇ ਦੁਲਾਵਾਂ ਹੈ। ਸਮਝਣ ਵਾਸਤੇ ਪਾਠ ਆਉਂਦਾ ਹੈ ਸੋਚੈ, ਚੱਚੇ ਦਲਾਈਆਂ ਚੈ। ਸੋਚੇ ਬੋਲ ਦਿੰਦੇ ਹਾਂ। ਜਦੋਂ ਵੀ ਪੰਕਤੀ ਬੋਲਦੇ ਹਨ ਤਕਰੀਬਨ 90% ਸੰਗਤਾਂ ਪਾਠ ਗਲਤ ਬੋਲਦੀਆਂ ਹਨ। ਸੋਚੇ ਸੋਚ ਨਾ ਹੋਵਈ, ਇਹ ਨਹੀਂ ਹੈ। ਚੈ ਦੀ ਆਵਾਜ਼ ਨਿਕਲਣੀ ਹੈ, ਦਲਾਈਆਂ ਹਨ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਸੇ ਤਰ੍ਹਾਂ ਪਾਠ ਬੋਲਿਆ ਜਾਂਦਾ ਹੈ ਗਾਵੇ, ਗਾਵੈ ਹੈ, ਵਾਵੇ ਦਲਾਈਆਂ ਵੈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਇਸੇ ਤਰ੍ਹਾਂ ਵੈ ਦੀ ਆਵਾਜ਼ ਇਹ ਦਲਾਈਆਂ ਦੀ ਆਵਾਜ਼ ਹੈ। ਸੋ ਅਗਲੀ ਲਗਾ ਮਾਤਰ ਹੈ ਹੋੜਾ। ਇਹ ਵੀ ਦੀਰਘ ਮਾਤਰਾ ਹੈ। ਜਿਵੇਂ ਊੜਾ ਉੱਪਰੋਂ ਖੁੱਲ੍ਹੇ ਮੂੰਹ ਵਾਲਾ ਹੋਵੇ ਤਾਂ ਉਹਨੂੰ ਊੜੇ ਹੋੜਾ ਆਖਿਆ ਜਾਂਦਾ ਹੈ। ਓ, ਸੱਸੇ ਹੋੜਾ ਸੋ, ਹਾਹੇ ਹੋੜਾ ਹੋ। ਜਿਵੇਂ ਸਮਝਣ ਵਾਸਤੇ ਹੈ, ਗੁਰਬਾਣੀ 'ਚ ਸ਼ਬਦ ਆਉਂਦਾ ਹੈ ਹੋਹੇ। ਸੋ ਇਹ ਹੈ ਹੋ, ਹੋਹੇ ਦੀ ਆਵਾਜ਼ ਹੈ। ਲੰਬਾ ਬੋਲਣਾ ਹੈ। ਇਹਦੀ ਆਵਾਜ਼ ਲੰਬੀ ਹੈ। ਇਹਨੂੰ ਹੋਹੇ ਨਹੀਂ ਕਹਿਣਾ। ਜਿਵੇਂ ਪੰਕਤੀ ਆਪਾਂ ਬੋਲੀ ਸੀ ਪਹਿਲਾਂ ਵੀ ਕਿ ਸਹਿਸ ਸਿਆਣਪਾ ਲੱਖ ਹੋਹੇ, ਤਾਂ ਇੱਕ ਨਾ ਚੱਲੈ ਨਾਲ। ਸੋ ਇਸ ਤਰ੍ਹਾਂ ਹੋਹੇ ਇਹ ਆਵਾਜ਼ ਹੈ। ਇਹਨੂੰ ਹੋਹੇ ਨਹੀਂ ਕਹਿਣਾ, ਧਿਆਨ ਰੱਖਣਾ ਹੈ। ਸੋ ਅਗਲੀ ਜੋ ਮਾਤਰਾ ਹੈ ਉਹ ਹੈ ਕਨੌੜਾ। ਸੋ ਇਹ ਮਾਤਰਾ ਵੀ ਦੀਰਘ ਮਾਤਰਾ ਹੈ ਕਿਉਂਕਿ ਇਹਦੀ ਆਵਾਜ਼ ਵੀ ਲੰਬੀ ਹੈ। ਐੜੇ ਨੂੰ ਕਨੌੜਾ ਬੋਲੀਏ ਤਾਂ ਆਵਾਜ਼ ਹੈ ਆਓ, ਸਾਓ, ਹਾਹੇ ਕਨੌੜਾ ਹਾਓ, ਕੱਕੇ ਕਨੌੜਾ ਕਾਓ। ਸੋ ਇਸ ਤਰ੍ਹਾਂ ਊੜੇ ਅਤੇ ਈੜੀ ਨੂੰ ਨਹੀਂ ਲੱਗਦਾ ਹੈ, ਬਾਕੀ ਦੇ ਅੱਖਰਾਂ ਨੂੰ ਕਨੌੜਾ ਲੱਗਦਾ ਹੈ। ਬਾਣੀ ਦੇ ਵਿੱਚ ਪਾਠ ਆਉਂਦਾ ਹੈ ਮੁਹਾਓ। ਮੁਹਾਓ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਮੁਹਾਓ, ਇਹਨੂੰ ਮੋਹੋ ਕਹਿ ਦਿੰਦੇ ਹਨ ਬਹੁਤੇ, ਹੋੜਾ ਲਾ ਦਿੰਦੇ ਹਨ। ਲੇਕਿਨ ਕਨੌੜੇ ਦੀ ਆਵਾਜ਼ ਹੈ ਹਾਓ। ਜਿਨ੍ਹਾਂ ਨੂੰ ਜ਼ਿਆਦਾ ਸਮੱਸਿਆ ਆਉਂਦੀ ਹੈ ਸਮਝਣ ਦੇ ਵਿੱਚ, ਖਾਸ ਕਰਕੇ ਬੱਚੇ ਜੋ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਜਾਂ ਫੋਰਨ ਦੇ ਵਿੱਚ ਹਨ, ਉਹਨਾਂ ਨੂੰ ਇਸ ਕਨੌੜੇ ਨੂੰ ਬੋਲਣ ਦੀ ਬਹੁਤ ਦਿੱਕਤ ਆਉਂਦੀ ਹੈ। ਸੋ ਉਹਨਾਂ ਨੂੰ ਬੇਨਤੀ ਇਸ ਤਰ੍ਹਾਂ ਹੈ ਮਾਤਾ ਪਿਤਾ ਨੂੰ ਕਿ ਆਪਣੇ ਬੱਚਿਆਂ ਨੂੰ HOW ਇਹਦੀ ਆਵਾਜ਼ ਕੱਢਣ ਦੀ ਜਾਚ ਸਿਖਾਓ, ਹਾਓ। ਇਸੇ ਤਰ੍ਹਾਂ ਇਹਦੀ ਆਵਾਜ਼ ਸ਼ੁੱਧ ਨਿਕਲਣੀ ਸ਼ੁਰੂ ਹੋ ਜਾਵੇਗੀ। ਕੱਕੇ ਨੂੰ ਕਨੌੜੇ ਦੀ ਆਵਾਜ਼ ਕੱਢਣੀ ਹੈ COW, ਕਾਓ। ਸੋ ਇਹ ਢੰਗ ਨਾਲ ਕਈ ਵਾਰੀ ਸਿਖਾਇਆ ਜਾਂਦਾ ਹੈ ਅਤੇ ਬੱਚੇ ਆਸਾਨੀ ਨਾਲ ਸਮਝ ਲੈਂਦੇ ਹਨ। ਸਿਰਫ ਸਮਝਾਉਣ ਦੇ ਲਈ ਹੈ। ਵੈਸੇ ਇਹਦਾ ਜੋ ਸ਼ੁੱਧ ਉਚਾਰਨ ਗੁਰਮੁਖੀ ਰੂਪ ਦੇ ਵਿੱਚ ਇਸੇ ਤਰ੍ਹਾਂ ਸ਼ੁੱਧ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਇਹਨਾਂ ਮਾਤਰਾਵਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਅੱਗੇ ਜੋ ਹਨ ਟਿੱਪੀ, ਕੰਨਾ ਬਿੰਦੀ ਅਤੇ ਅੱਧਕ, ਸੋ ਇਹਨਾਂ ਨੂੰ ਵਿਦਵਾਨ ਪੁਰਖਾਂ ਵੱਲੋਂ ਲਗਾ ਅੱਖਰ ਆਖਿਆ ਜਾਂਦਾ ਹੈ ਅਤੇ ਕਈ ਗੁਰਮੁਖ
ਇਹਨਾਂ ਨੂੰ ਮਾਤਰਾਵਾਂ ਦੇ ਵਿੱਚ ਵੀ ਗਿਣਦੇ ਹਨ। ਵੈਸੇ ਟਿੱਪੀ ਦੀ ਆਵਾਜ਼ ਅੱਧੇ ਨੰਨੇ ਦੀ ਆਵਾਜ਼ ਹੈ। ਐੜੇ ਟਿੱਪੀ ਅੰਗ, ਸਸੇ ਟਿੱਪੀ ਸੰਗ, ਹਾਹੇ ਟਿੱਪੀ ਹੰਗ। ਜੇ ਪੂਰਾ ਬੋਲਦੀ ਹੈ ਗੱਗਾ ਲੱਗ ਜਾਂਦਾ ਹੈ। ਹੰਗ, ਸੰਗ, ਅੰਗ ਇਸ ਤਰ੍ਹਾਂ ਨਹੀਂ ਹੈ। ਸੋ ਇਸ ਤਰ੍ਹਾਂ ਟਿੱਪੀ ਅਤੇ ਬਿੰਦੀ ਦੀ ਆਵਾਜ਼ ਨੇੜਲੀ ਆਵਾਜ਼ ਹੈ। ਸੋ ਕੰਨਾ ਬਿੰਦੀ ਦੀ ਆਵਾਜ਼ ਹੈ। ਜੇ ਕੱਲਾ ਕੰਨਾ ਬੋਲੀਏ, ਐੜੇ ਕੰਨਾ ਆ, ਐੜੇ ਕੰਨਾ ਉੱਤੇ ਬਿੰਦੀ ਆ। ਸੋ ਇਹਦੇ ਲਈ ਮੁਹਾਰਨੀ ਦੀ ਇੱਕ ਵੀਡੀਓ ਬਣਾਈ ਜਾਵੇਗੀ, ਉਹਦੇ ਵਿੱਚ ਇਹਨਾਂ ਦੀਆਂ ਆਵਾਜ਼ਾਂ ਬਾਰੇ ਦੱਸਿਆ ਜਾਵੇਗਾ। ਸੋ ਇਸ ਤਰ੍ਹਾਂ ਆਪ ਜੀ ਨੇ ਇਹਨਾਂ ਮਾਤਰਾਵਾਂ ਦਾ ਗਿਆਨ ਹਾਸਲ ਕੀਤਾ ਹੈ। ਸੋ ਅਗਲੀ ਵੀਡੀਓ ਦੇ ਵਿੱਚ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਣੀ ਹੈ। ਆਪ ਸਰਵਣ ਕਰੋ ਅਤੇ ਹੋਰ ਸੰਗਤਾਂ ਤੱਕ ਸਾਂਝਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।